Today I feel more confident while making prediction for 27th August examination, guys, because my last prediction was quite correct. So that's why I decided to share with you the prediction for 27th August examination. But before that, if you are new on my YouTube channel, subscribe to my YouTube channel because you are going to get a lot of valuable content related to your IELTS. So let's get started without getting delay. ਜੇ ਮੈਂ ਪਹਿਲਾਂ ਲਿਸਨਿੰਗ ਦੀ ਗੱਲ ਕਰਾਂ ਤੇ ਲਿਸਨਿੰਗ ਦੇ ਵਿੱਚ ਚਾਂਸਸ ਆ ਕਿ ਪਾਰਟ 1 ਦੇ ਵਿੱਚ 2 ਵਰਡ ਸਬਸਟੀਟਿਊਸ਼ਨ ਆਉਣ ਦੇ ਚਾਂਸਸ ਹੈਗੇ ਆ। ਇਟ ਕੈਨ ਬੀ ਅ ਟੈਲੀਫੋਨਿਕ ਕਨਵਰਸੇਸ਼ਨ ਬਿਟਵੀਨ 2 ਪਰਸਨ ਤੇ ਚਾਂਸਸ ਆ ਕਿ ਥੋੜੀ ਜੀ ਲਿਸਨਿੰਗ ਦੀ ਸਪੀਡ ਜਿਹੜੀ ਅਪ ਰਹਿਣ ਵਾਲੀ ਆ ਐਸ ਕੰਪੇਅਰ ਟੂ ਦਾ ਪ੍ਰੀਵੀਅਸ ਟੈਸਟ। ਸੋ ਜੇ ਪਾਰਟ 2 ਤੇ ਪਾਰਟ 3 ਦੀ ਗੱਲ ਕੀਤੀ ਜਾਵੇ, ਗਾਇਜ਼ देयर इज अ हाई प्रोबेबिलिटी ऑफ asking a great amount of MCQs. It can be either into the short forms or it can be like large MCQs. ਇਹਨਾਂ ਵਿੱਚੋਂ ਕੋਈ ਵੀ ਦੋ ਕੈਟੇਗਰੀ ਦੇ ਪਾਸ ਜਾ ਸਕਦੇ ਆ। ਇਹਦੇ ਇਲਾਵਾ ਸੈਕਸ਼ਨ 3 ਦੇ ਵਿੱਚ ਚਾਂਸਸ ਆ that you need to pick up 2 options along with the 5 statement. 5 statement ਦਿੱਤੀਆਂ ਹੁੰਦੀਆਂ, ਉਹਦੇ ਵਿੱਚ ਆਪਾਂ ਨੂੰ 2 ਆਪਸ਼ਨ ਪਿਕ ਕਰਨੇ ਹੁੰਦੇ, either it can be B or D or it can be A or E. ਸੋ ਚਾਂਸਸ ਆ ਕਿ ਤੁਸੀਂ 2 ਇਹੋ ਜਿਹੇ ਕੁਐਸਚਨ ਤੁਹਾਨੂੰ ਮਿਲਣਗੇ ਉੱਥੇ। ਜੇ ਮੈਂ ਪਾਰਟ 4 ਦੀ ਗੱਲ ਕਰਾਂ ਤੇ ਪਾਰਟ 4 ਦੇ ਵਿੱਚ ਗਾਇਜ਼ ਇਟ ਵੁੱਡ ਬੀ 110% ਮੋਨੋਲੌਗ। ਇੱਕ ਪਰਸਨ ਲੈਕਚਰ ਦੇ ਰਿਹਾ ਹੋਊਗਾ। ਇਟ ਕੈਨ ਬੀ ਔਨ ਹਿਸਟਰੀ, ਇਟ ਕੈਨ ਬੀ ਔਨ ਸਾਇੰਸ, ਇਟ ਕੈਨ ਬੀ ਔਨ ਟੈਕਨੋਲੋਜੀ or it can be on anything. You just need to pay attention, and the best thing to prepare such things is just to listen some podcast of some famous persons, of some foreigners. ਜੇ ਮੈਂ ਫਰਦਰ ਰੀਡਿੰਗ ਦੀ ਗੱਲ ਕਰਾਂ ਤੇ ਰੀਡਿੰਗ ਦੇ ਵਿੱਚ 1 ਪੈਸੇਜ ਗੋਇੰਗ ਟੂ ਬੀ ਟ੍ਰਿਕੀ, 2 ਪੈਸੇਜ ਥੋੜੇ ਮੀਡੀਅਮ ਲੈਵਲ ਦੇ ਰਹਿਣ ਵਾਲੇ ਆ। ਪੈਸੇਜ 1 ਦੀ ਗੱਲ ਕੀਤੀ ਜਾਵੇ, then in the category of passage 1 you are likely to be asked questions related to your proof was not given and Phillips ਆਉਣ ਦੇ ਕਾਫੀ ਚਾਂਸਸ ਹੈਗੇ ਆ। ਜੇ ਮੈਂ ਪਾਰਟ 2 ਦੀ ਗੱਲ ਕਰਾਂ ਤੇ ਪਾਰਟ 2 ਦੇ ਵਿੱਚ which passage contain the following information along with NB ਦੀ ਆਪਸ਼ਨ ਦੇ ਨਾਲ ਪੁੱਛੇ ਜਾਣ ਦੇ ਚਾਂਸਸ ਹੈਗੇ ਆ। ਇਹਦੇ ਨਾਲ ਹੀ ਅਗਲੀ ਜਿਹੜੀ ਕੈਟੇਗਰੀ ਸੈਕੰਡ ਪੈਸੇਜ ਆ ਰਹੀ ਆ, it can be yes no not given। ਚਾਂਸਸ ਹੈਗੇ ਕਿ yes no not given ਵੀ ਤੁਹਾਨੂੰ 3 ਤੋਂ 4 ਕੁਐਸਚਨ ਪੁੱਟ ਕੀਤੇ ਜਾਣ। ਜੇ ਮੈਂ ਫਰਦਰ ਪੈਸੇਜ 3 ਦੀ ਗੱਲ ਕਰਾਂ ਤੇ ਪੈਸੇਜ 3 ਦੇ ਵਿੱਚ MCQs ਕੈਨ ਬੀ ਆਸਕਡ ਗਾਇਜ਼। MCQ ਦੀ ਕਾਫੀ ਪ੍ਰੋਬੇਬਿਲਿਟੀ ਲੱਗ ਰਹੀ ਹੈ ਇਸ ਵਾਰੀ। ਚਾਂਸਸ ਹੈਗੇ ਕਿ ਅਰਾਊਂਡ 7 to 8 MCQs ਕੈਨ ਬੀ ਆਸਕਡ ਟੂ ਯੂ। ਉਹਦੇ ਲੌਂਗ ਵਿਦ ਉਹਦੇ ਨਾਲ ਤੁਹਾਨੂੰ ਇੱਕ ਟਾਈਟਲ ਦਾ ਆ ਸਕਦਾ ਵੀ ਇਹ 4 ਆਪਸ਼ਨ ਦੇ ਵਿੱਚ ਪੈਸੇਜ ਦੇ ਨਾਲ ਕਿਹੜਾ ਟਾਈਟਲ ਮੈਚ ਕਰਦਾ ਪਿਆ ਵਾ, ਐਂਡ ਉਹਦੇ ਨਾਲ ਰਿਸਰਚਰਸ ਕਿ ਕਿਹੜੇ ਸਟੇਟਮੈਂਟ ਕਿਹੜੇ ਰਿਸਰਚਰ ਨੇ ਕਹੀ ਆ। ਇਹ ਚਾਂਸਸ ਹੈਗੇ ਆ ਕਿ ਇਹ 3 ਕੈਟੇਗਰੀ ਦੇ ਕੁਐਸਚਨ ਤੁਹਾਨੂੰ ਪੈਸੇਜ 3 ਦੇ ਵਿੱਚ ਪੁੱਛੇ ਜਾ ਸਕਦੇ ਨੇ। ਓਵਰਆਲ ਜਿਹੜਾ ਰੀਡਿੰਗ ਦਾ ਲੈਵਲ ਆ ਉਹ ਈਜ਼ੀ ਟੂ ਮੋਡਰੇਟ ਰਹਿਣ ਵਾਲਾ ਹੈਗਾ ਵਾ, ਬਟ ਗਾਇਜ਼ देयर इज अ ਪ੍ਰੋਬੇਬਿਲਿਟੀ ਕਿ 1 ਪੈਸੇਜ ਟਫ ਰਹੂਗਾ। ਜੇ ਮੈਂ ਫਰਦਰ ਰਾਈਟਿੰਗ ਦੀ ਗੱਲ ਕਰਾਂ ਤੇ ਰਾਈਟਿੰਗ ਟਾਸਕ 1 ਦੇ ਵਿੱਚ ਚਾਂਸਸ ਹੈਗੇ ਦੀ 4 ਟਾਸਕ ਜਿਹੜੇ ਤੁਹਾਨੂੰ ਪੁੱਛੇ ਜਾ ਸਕਦੇ। ਨੰਬਰ 1 ਇਜ਼ ਯੋਰ ਪਾਈ, ਨੰਬਰ 2 ਇਜ਼ ਟੇਬਲ, ਨੰਬਰ 3 ਪ੍ਰੋਸੈਸ ਔਰ ਡਾਇਗ੍ਰਾਮ, ਐਂਡ ਨੰਬਰ 4 ਕੁਡ ਬੀ ਯੋਰ ਬਾਰ ਗ੍ਰਾਫ। ਇਹ 4 ਤਰ੍ਹਾਂ ਦੇ ਪੈਸੇ ਜਿਹੜੇ ਹੈਗੇ, 4 ਤਰ੍ਹਾਂ ਦੇ ਟਾਸਕ ਜੋ ਹੈਗੇ ਤੁਹਾਨੂੰ ਪੁੱਛੇ ਜਾ ਸਕਦੇ ਆ। ਜੇ ਟਾਸਕ 2 ਦੀ ਫਰਦਰ ਗੱਲ ਕਰਾਂ ਤੇ ਟਾਸਕ 2 ਦੇ ਵਿੱਚ ਤੁਹਾਨੂੰ ਜੋ ਬਹੁਤ ਜ਼ਿਆਦਾ ਮੈਨੂੰ ਲੱਗ ਰਿਹਾ ਚਾਂਸਸ ਹੈਗੇ ਆ ਪੁੱਛਣਗੇ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਇਹ ਸਵਾਲ ਪੁੱਛਣ ਦੇ, ਕੁਐਸਚਨ ਪੁੱਛਣ ਦੇ ਕਾਫੀ ਚਾਂਸ ਹੈਗੇ ਆ। ਇਹਦੇ ਨਾਲ ਤੁਸੀਂ ਡਿਸਕਸ ਬੋਥ ਸਾਈਡ ਕਰ ਸਕਦੇ ਹੋ, ਐਂਡ ਯੂ ਕੈਨ ਆਲਸੋ ਡੂ ਦਾ ਐਡਵਾਂਟੇਜਸ ਆਊਟਵੇ ਡਿਸਐਡਵਾਂਟੇਜ। ਇਹ ਵੀ ਚਾਂਸਸ ਹੈਗੇ ਆ ਕਿ ਇਹ ਤੁਹਾਨੂੰ 3 ਕੈਟੇਗਰੀ ਦੇ ਵਿੱਚੋਂ ਇੱਕ ਕੁਐਸਚਨ ਐਟਲੀਸਟ ਪੈ ਹੀ ਜਾਊਗਾ। ਜੇ ਮੈਂ ਫਰਦਰ ਅੱਗੇ ਗੱਲ ਕਰਾਂ ਲਾਸਟ ਮਿਨਟ ਪ੍ਰੀਪਰੇਸ਼ਨ ਦੀ, ਬਿਕਾਜ਼ ਆਈ ਨੋ ਦੈਟ ਯੂ ਹੈਵ ਆਲਰੇਡੀ ਹੈਵ ਵੈਰੀ insufficient time to prepare, so you can see that on my I button I have given last minute preparation tips. You can go with that video, you can see a lot of informative video for you, and you can use that point in order to crack IELTS within the span of 7 days. So if you have any doubt, I have given my Instagram ID in the description box of this video. You can put me message, you can drop me message if you have any queries are always welcome you. Thank you so much.